नंबर 4 हैगा जी फ्री डिस्क्रिमिनेशन। ਮੈਂਬਰ ਕੰਟਰੀਜ਼ ਵਿਚਲੇ ਸਾਰੇ ਡਿਸਕ੍ਰਿਮੀਨੇਸ਼ਨ ਨੂੰ ਖਤਮ ਕਰਨ ਲਈ ਓਲੰਪਿਕਸ ਗੇਮ ਸਟਾਰਟ ਕੀਤੀਆਂ ਗਈਆਂ ਸਨ। ਗੇਮਸ ਐਂਡ ਸਪੋਰਟਸ ਵਿੱਚ ਡਿਸਕ੍ਰਿਮੀਨੇਸ਼ਨ ਦੀ ਕੋਈ ਜਗ੍ਹਾ ਨਹੀਂ ਹੈ। ਜੇ ਕਿਸੇ ਕਿਸਮ ਦਾ ਡਿਸਕ੍ਰਿਮੀਨੇਸ਼ਨ ਹੁੰਦਾ ਹੈ, ਓਲੰਪਿਕਸ ਗੇਮ ਵਿੱਚ ਵੱਖ-ਵੱਖ ਕੰਟਰੀਆਂ ਦੇ ਸਾਰੇ ਐਥਲੀਟ ਐਂਡ ਪਲੇਅਰ ਇੱਕੋ ਜਿਹਾ ਬਿਹੇਵ ਕਰਦੇ ਹਨ। ਓਲੰਪਿਕਸ ਗੇਮਸ ਡਿਸਕ੍ਰਿਮੀਨੇਸ਼ਨ ਤੋਂ ਫ੍ਰੀ ਹਨ। ਹਰੇਕ ਵਿਅਕਤੀ ਨੂੰ ਪੋਜ਼ੀਟਿਵ ਹੋਣਾ ਚਾਹੀਦਾ ਹੈ ਤਾਂ ਜੋ ਇਹ ਗੇਮਸ ਬਿਨਾਂ ਕਿਸੇ ਪ੍ਰੋਬਲਮ ਦੇ ਅੱਗੇ ਵੱਧ ਸਕਣ। ਇਸ ਟਾਈਪ ਦੀਆਂ ਵੈਲਿਊਜ਼ ਨੂੰ ਡਿਵੈਲਪ ਕਰਨਾ ਹਰ ਨੇਸ਼ਨ ਦਾ ਫਰਜ਼ ਬਣਦਾ ਹੈ ਤਾਂ ਜੋ ਐਥਲੀਟਸ ਐਂਡ ਪਲੇਅਰ ਡਿਸਕ੍ਰਿਮੀਨੇਸ਼ਨ ਦੀ ਭਾਵਨਾ ਤੋਂ ਮੁਕਤ ਹੋ ਸਕਣ। ਨੈਕਸਟ ਆ ਗਿਆ ਬੇਟਾ ਜੀ 2.3 ਇੰਟਰਨੈਸ਼ਨਲ ਓਲੰਪਿਕ ਕਮੇਟੀ, ਜਿਹਨੂੰ IOC ਕਿਹਾ ਜਾਂਦਾ ਵਾ। ਇੰਟਰਨੈਸ਼ਨਲ ਓਲੰਪਿਕ ਕਮੇਟੀ ਇੱਕ ਨੌਨ ਫॉर ਪ੍ਰੋਫਿਟ ਇੰਡੀਪੈਂਡੈਂਟ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਜੋ ਸਪੋਰਟਸ ਦੇ ਦੁਆਰਾ ਬਿਹਤਰ ਵਰਲਡ ਬਣਾਉਣ ਲਈ ਵਚਨਬੱਧ ਹੈ। ਇਹ 23 ਜੂਨ 1894 ਨੂੰ ਬਣਾਈ ਗਈ ਸੀ। ਅਪ੍ਰੈਲ 1896 ਵਿੱਚ ਮਾਡਰਨ ਏਜ ਵਿੱਚ ਪਹਿਲੀਆਂ ਓਲੰਪਿਕਸ ਗੇਮ ਤੋਂ ਸਿਰਫ 2 ਸਾਲ ਪਹਿਲਾਂ ਬਣੀ ਸੀ। IOC ਓਲੰਪਿਕ ਮੂਵਮੈਂਟ ਦੀ ਸੁਪਰੀਮ ਅਥਾਰਟੀ ਹੈ। ਓਲੰਪਿਕ ਫੈਮਿਲੀ ਦੀਆਂ ਸਾਰੀਆਂ ਪਾਰਟੀਆਂ NOCS, IFS, ਐਥਲੀਟਸ ਐਂਡ OCOS ਤੋਂ ਲੈ ਕੇ ਵਰਲਡ ਵਾਈਡ ਓਲੰਪਿਕ ਏਜੰਸੀਜ਼ ਐਂਡ ਸੈਫਰਸ ਪ੍ਰੋਗਰਾਮਸ ਐਂਡ ਪ੍ਰੋਜੈਕਟ ਦੀ ਵਾਈਡ ਰੇਂਜ ਵਿੱਚ ਸਕਸੈਸ ਪ੍ਰਾਪਤ ਕਰਦੇ ਹਨ। ਓਲੰਪਿਕ ਮੂਵਮੈਂਟ ਦੀਆਂ ਸਾਰੀਆਂ ਐਫੀਲੀਏਟਡ ਮੈਂਬਰ ਆਰਗੇਨਾਈਜੇਸ਼ਨ ਦਾ ਸਮਰਥਨ ਕਰਦੀਆਂ ਹਨ। ਅੱਗੇ ਬੇਟਾ ਆ ਗਿਆ ਜੀ ਕੰਪੋਜੀਸ਼ਨ ਆਫ ਕਮੇਟੀਜ਼। ਇੰਟਰਨੈਸ਼ਨਲ ਓਲੰਪਿਕ ਕਮੇਟੀ ਦੀਆਂ ਪਾਵਰਸ ਦੀ ਵਰਤੋਂ ਫੋਲੋਇੰਗ 3 ਆਰਗਨਸ ਦੁਆਰਾ ਕੀਤੀ ਜਾਂਦੀ ਹੈ। ਫਸਟ, ਦ ਸੈਸ਼ਨਸ। ਸੈਕਿੰਡ, ਦ IOC ਐਗਜ਼ੀਕਿਊਟਿਵ ਬੋਰਡ। ਥਰਡ, ਦ ਪ੍ਰੈਜ਼ੀਡੈਂਟ। ਪਹਿਲਾ ਹੈਗਾ ਬੇਟਾ ਜੀ ਦ ਸੈਸ਼ਨ IOC ਦੇ ਮੈਂਬਰਸ ਦੀ ਜਨਰਲ ਮੀਟਿੰਗ ਹੁੰਦੀ ਹੈ। ਇਹ IOC ਦੇ ਸੁਪਰੀਮ ਆਰਗਨਸ ਹੁੰਦਾ ਹੈ। ਇਸ ਦੇ ਡਿਸੀਜਨ ਫਾਈਨਲ ਹੁੰਦੇ ਹਨ। ਇਹ ਆਰਡੀਨਰੀ ਡਿਸੀਜਨ ਸਾਲ ਵਿੱਚ ਇੱਕ ਵਾਰ ਹੁੰਦਾ ਹੈ। ਐਕਸਟਰਾ ਆਰਡੀਨਰੀ ਸੈਸ਼ਨ ਪ੍ਰੈਜ਼ੀਡੈਂਟ ਔਰ ਉਸ ਦੇ ਰਿਟਨ ਰਿਕੁਐਸਟ ਉੱਪਰ ਬੁਲਾਈ ਜਾ ਸਕਦੀ ਹੈ, ਘੱਟ ਤੋਂ ਘੱਟ 1/3 ਮੈਂਬਰ ਦੀ ਰਿਕੁਐਸਟ ਨਾਲ। ਹਰ ਮੈਂਬਰ ਦਾ ਵੋਟ ਦਾ ਅਧਿਕਾਰ ਹੁੰਦਾ ਹੈ। ਓਲੰਪਿਕਸ ਗੇਮ ਸਪੋਰਟਸ ਪ੍ਰੋਗਰਾਮ ਲਈ ਸਿਟੀ ਚੂਜ਼ ਕਰਨਾ, ਨਿਊ ਮੈਂਬਰਸ ਦੀ ਸਿਲੈਕਸ਼ਨ ਕਰਨਾ ਫਾਈਨਲ ਡਿਸੀਜਨ ਸੈਸ਼ਨ ਲਈ ਲਏ ਜਾਂਦੇ ਹਨ ਅਤੇ ਇਸ ਦੇ ਡਿਸੀਜਨ ਫਾਈਨਲ ਹੁੰਦੇ ਹਨ। ਅੱਗੇ ਬੇਟਾ ਜੀ ਪਾਵਰ ਆਫ ਦਾ ਸੈਸ਼ਨਸ ਆਰ। ਫਸਟ ਹੈਗਾ ਜੀ ਓਲੰਪਿਕ ਕਰੈਕਟਰ ਨੂੰ ਅਡੋਪਟ ਔਰ ਅਮੈਂਡ ਕਰਨਾ। ਸੈਕਿੰਡ, IOC ਦਾ ਆਨਰਰੀ ਪ੍ਰੈਜ਼ੀਡੈਂਟ, ਦਾ ਆਨਰਰੀ ਮੈਂਬਰ, ਦਾ ਆਨਰ ਮੈਂਬਰਸ ਨੂੰ ਇਲੈਕਟ ਕਰਨ ਲਈ। ਥਰਡ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਐਂਡ IOC ਦੇ ਐਗਜ਼ੈਕਟਿਵ ਬੋਰਡ ਦੇ ਅਦਰ ਮੈਂਬਰਸ ਨੂੰ ਇਲੈਕਟ ਕਰਨ ਲਈ ਇਹ ਬਣਾਈ ਜਾਂਦੀ ਹੈ। ਫੋਰਥ, ਓਲੰਪਿਕਸ ਗੇਮ ਦੇ ਹੋਸਟ ਸਿਟੀ ਇਲੈਕਟ ਕਰਨ ਲਈ। ਨੰਬਰ 5, ਜਿਸ ਵਿੱਚ ਇੱਕ ਆਰਡੀਨਰੀ ਸੈਸ਼ਨ ਹੁੰਦਾ ਹੈ, ਉਸ ਸਿਟੀ ਨੂੰ ਇਲੈਕਟ ਕਰਨ ਲਈ ਪ੍ਰੈਜ਼ੀਡੈਂਟ ਕੋਲ ਉਸ ਸਿਟੀ ਨੂੰ ਨਿਰਧਾਰਿਤ ਕਰਨ ਦੀ ਅਥਾਰਟੀ ਹੁੰਦੀ ਹੈ ਜਿਸ ਵਿੱਚ ਐਕਸਟਰਾ ਆਰਡੀਨਰੀ ਸੈਸ਼ਨ ਹੁੰਦਾ ਹੈ। ਨੰਬਰ 6, IOC ਦੀ ਐਨੂਅਲ ਸਪੋਰਟਸ ਐਂਡ ਫਾਈਨੈਂਸ਼ੀਅਲ ਸਟੇਟਮੈਂਟ ਨੂੰ ਅਪਰੂਵ ਕਰਨ ਲਈ। ਨੰਬਰ 7, IOC ਦੇ ਇੰਡੀਪੈਂਡੈਂਟ ਆਡੀਟਰ ਨੂੰ ਅਪੁਆਇੰਟ ਕਰਨ ਲਈ। ਨੰਬਰ 8, NOCS, IFS ਐਂਡ ਅਦਰ ਆਰਗੇਨਾਈਜੇਸ਼ਨ ਦੁਆਰਾ ਐਸੋਸੀਏਸ਼ਨ ਨੂੰ ਫੁੱਲ ਰੈਕੋਗਨਾਈਜੇਸ਼ਨ ਦੇ IOC ਦੁਆਰਾ ਪ੍ਰਦਾਨ ਕਰਨਾ ਜਾਂ ਵਾਪਸ ਲੈਣ ਬਾਰੇ ਡਿਸਾਈਡ ਕਰਨਾ। ਨੰਬਰ 9, IOC ਮੈਂਬਰਸ ਨੂੰ ਐਕਸਪੈਲ ਕਰਨਾ ਅਤੇ ਹਾਨਰਰੀ ਪ੍ਰੈਜ਼ੀਡੈਂਟ, ਹਾਨਰਰੀ ਮੈਂਬਰਸ ਅਤੇ ਆਨਰ ਮੈਂਬਰਸ ਦਾ ਸਟੇਟਸ ਵਾਪਸ ਲੈਣਾ। ਨੰਬਰ 10, ਐਥਲੀਟ ਦੇ ਰਾਈਟਸ ਐਂਡ ਰਿਸਪੌਂਸਿਬਿਲਟੀ ਦੇ ਡਿਕਲੇਰੇਸ਼ਨ ਨੂੰ ਅਡੋਪਟ ਔਰ ਅਮੈਂਡ ਕਰਨ ਲਈ ਐਥਲੀਟ ਦੇ ਕਮਿਸ਼ਨ ਦੀ ਰਿਕਮੈਂਡੇਸ਼ਨ ਐਂਡ ਓਲੰਪਿਕ ਮੂਵਮੈਂਟ ਦੇ ਅੰਦਰ ਇਸ ਡਿਕਲੇਰੇਸ਼ਨ ਲਈ ਰਿਸਪੈਕਟ ਪ੍ਰਮੋਟ ਕਰਨ ਲਈ। ਨੰਬਰ 11, ਲੋ ਦੁਆਰਾ ਔਰ ਓਲੰਪਿਕਸ
ਕਰੈਕਟਰ ਦੁਆਰਾ ਇਸ ਨੂੰ ਅਸਾਈਨ ਕੀਤੇ ਅਦਰ ਮੈਟਰਸ ਨੂੰ ਰਿਜ਼ੋਲਵ ਕਰਨਾ ਅਤੇ ਡਿਸਾਈਡ ਕਰਨ ਲਈ। ਅੱਗੇ ਹੈਗਾ ਜੀ ਸੈਸ਼ਨ ਲਈ ਰਿਕੁਆਇਰਡ ਕੋਰਮ IOC ਪਲੱਸ ਦੀ ਟੋਟਲ ਮੈਂਬਰਸ਼ਿਪ ਨਾਲੋਂ ਹਾਫ ਹੈ। ਸੈਸ਼ਨ ਦੇ ਡਿਸੀਜ਼ਨ ਮੈਜੋਰਟੀ ਵੋਟਸ ਦੁਆਰਾ ਲਏ ਜਾਂਦੇ ਹਨ। ਹਾਲਾਂਕਿ ਓਲੰਪਿਜ਼ਮ ਦੇ ਫੰਡਾਮੈਂਟਲਸ ਪ੍ਰਿੰਸੀਪਲ ਓਲੰਪਿਕ ਕਰੈਕਟਰ ਦੇ ਰੂਲਸ ਦੇ ਜਾਂ ਕਿਤੇ ਓਲੰਪਿਕਸ ਵਿੱਚ ਪ੍ਰੋਵਾਈਡ ਕਰਵਾਏ ਗਏ ਕਿਸੇ ਵੀ 2/3 ਸੌਫਟ ਦਾ ਬਹੁਮਤ ਜ਼ਰੂਰੀ ਹੁੰਦਾ ਹੈ। ਹਰੇਕ ਮੈਂਬਰ ਦੀ ਇੱਕ ਵੋਟ ਹੁੰਦੀ ਹੈ। ਐਬਸਟੈਂਸ਼ਨਸ ਐਂਡ ਬਲੈਂਕ ਔਰ ਸਪੋਇਲਡ ਹੋਈਆਂ ਵੋਟਸ ਨੂੰ ਨਹੀਂ ਲਿਆ ਜਾਂਦਾ। ਰਿਕੁਆਇਰਡ ਮੈਜੋਰਟੀ ਦੀ ਕੈਲਕੂਲੇਸ਼ਨ ਵਿੱਚ ਵਿਚਾਰ ਪ੍ਰੋਕਸੀ ਦੁਆਰਾ ਵੋਟਸ ਪਾਉਣਾ ਅਲਾਉਡ ਨਹੀਂ ਹੈ। ਓਲੰਪਿਕਸ ਕਰੈਕਟਰ ਦੁਆਰਾ ਲੋੜੀਂਦੇ ਸਮੇਂ ਸੀਕ੍ਰੇਟ ਬੈਲਟ ਦੁਆਰਾ ਰੱਖੀ ਜਾਂਦੀ ਹੈ ਜਾਂ ਜੇ ਚੇਅਰਮੈਨ ਅਜਿਹਾ ਫੈਸਲਾ ਲੈਂਦੇ ਹਨ ਜਾਂ ਘੱਟ ਤੋਂ ਘੱਟ ਕੁਆਟਰ ਮੈਂਬਰ ਦੀ ਰਿਕੁਐਸਟ 'ਤੇ ਟਾਈ ਹੋਣ ਦੀ ਸੂਰਤ ਵਿੱਚ ਚੇਅਰਮੈਨ ਫੈਸਲਾ ਲੈ ਸਕਦੇ ਹਨ। ਸੈਸ਼ਨ IOC ਐਗਜ਼ੀਕਿਊਟਿਵ ਬੋਰਡ ਨੂੰ ਡੈਲੀਗੇਟ ਪਾਵਰ ਸੌਂਪ ਸਕਦਾ ਹੈ। ਨੰਬਰ 2 ਹੈਗਾ ਜੀ ਦਾ IOC ਐਗਜ਼ੀਕਿਊਟਿਵ ਬੋਰਡ। ਐਗਜ਼ੀਕਿਊਟਿਵ ਬੋਰਡ ਦੀ ਸਥਾਪਨਾ 1921 IOC ਅਫੇਅਰ ਮੈਨੇਜ ਕਰਨ ਲਈ ਕੀਤੀ ਗਈ ਸੀ। ਬੋਰਡ ਵਿੱਚ ਪ੍ਰੈਜ਼ੀਡੈਂਟ 4 ਵਾਈਸ ਪ੍ਰੈਜ਼ੀਡੈਂਟ ਐਂਡ 10 ਮੈਂਬਰ ਸ਼ਾਮਲ ਹੁੰਦੇ ਹਨ। ਹੁਣ ਬੇਟਾ ਯਾਦ ਰੱਖਿਓ ਜੇ IOC ਦੇ ਵਿੱਚ ਇਹਦੇ ਵਿੱਚ ਇੱਕ ਪ੍ਰੈਜ਼ੀਡੈਂਟ ਹੁੰਦਾ, 4 ਵਾਈਸ ਪ੍ਰੈਜ਼ੀਡੈਂਟ ਹੁੰਦੇ ਆ ਅਤੇ 10 ਇਹਦੇ ਮੈਂਬਰ ਹੁੰਦੇ ਆ। ਇਹ MCQs ਆ ਸਕਦੇ ਨੇ। ਜੋ IOC ਮੈਂਬਰ ਦੁਆਰਾ ਇਜਲਾਸ ਵਿੱਚ ਸੀਕ੍ਰੇਟ ਬੈਲਟ ਰਾਹੀਂ ਬਹੁਤੀਆਂ ਵੋਟਾਂ ਨਾਲ ਇਲੈਕਟ ਕੀਤੇ ਜਾਂਦੇ ਹਨ। ਐਗਜ਼ੀਕਿਊਟਿਵ ਬੋਰਡ IOC ਦੇ ਐਡਮਿਨਿਸਟ੍ਰੇਸ਼ਨ ਐਂਡ ਮੈਨੇਜਮੈਂਟ ਅਫੇਅਰਸ ਲਈ ਓਵਰਆਲ ਰਿਸਪੋਂਸੀਬਿਲਿਟੀ ਲੈਂਦਾ ਹੈ। ਹਾਂਜੀ ਬੇਟਾ ਜੀ ਚੈਪਟਰ ਨੰਬਰ 2 ਟੌਪਿਕ IOC ਇੰਟਰਨੈਸ਼ਨਲ ਓਲੰਪਿਕ ਕਮੇਟੀ। ਆਪਾਂ ਕਰਨਾ ਜੀ ਐਜ਼ ਪਰ ਓਲੰਪਿਕ ਚਾਰਟਰ ਇਟ ਪਰਫੋਰਮਸ ਫੋਲੋਇੰਗ ਡਿਊਟੀ। ਨੰਬਰ 1 ਇਹ ਓਲੰਪਿਕ ਚਾਰਟਰ ਦੇ ਆਬਜ਼ਰਵੈਂਸ ਦੀ ਮੋਨੀਟਰਿੰਗ ਕਰਦਾ ਹੈ। ਸੈਕਿੰਡ ਇਹ ਇਸ ਦੇ ਆਰਗੇਨਾਈਜੇਸ਼ਨ ਨਾਲ ਰਿਲੇਟਿੰਗ ਸਾਰੇ ਇੰਟਰਨਲ ਗਵਰਨੈਂਸ ਰੈਗੂਲੇਸ਼ਨ ਨੂੰ ਅਪਰੂਵ ਕਰਦਾ ਹੈ। ਨੰਬਰ 3 ਇਹ ਇੰਟਰਨੈਸ਼ਨਲ ਫਾਈਨੈਂਸ ਰਿਪੋਰਟਿੰਗ ਸਟੈਂਡਰਡਸ ਐਂਡ ਸਵਿਸ ਲਾਜ਼ ਦੇ ਅਕੋਰਡਿੰਗ IOC ਦੇ ਇੱਕ ਐਨੂਅਲ ਰਿਪੋਰਟ ਐਂਡ ਫਾਈਨੈਂਸ਼ੀਅਲ ਸਟੇਟਮੈਂਟਸ ਐਸਟੈਬਲਿਸ਼ ਕਰਦਾ ਹੈ ਜੋ ਇਹ ਆਡੀਟਰ ਦੀ ਰਿਪੋਰਟ ਦੇ ਨਾਲ ਅਪਰੂਵਲ ਲਈ ਸੈਸ਼ਨ ਨੂੰ ਸਬਮਿਟ ਕਰਦਾ ਹੈ। ਨੰਬਰ 4 ਇਹ ਰੂਲਸ ਬਾਈ ਲਾਅ ਦੇ ਕਿਸੇ ਪ੍ਰਪੋਜ਼ਡ ਚੇਂਜ ਬਾਰੇ ਸੈਸ਼ਨ ਨੂੰ ਇੱਕ ਰਿਪੋਰਟ ਸਬਮਿਟ ਕਰਦਾ ਹੈ। ਨੰਬਰ 5 ਇਹ ਸੈਸ਼ਨ ਨੂੰ ਉਹਨਾਂ ਵਿਅਕਤੀਆਂ ਦੇ ਨਾਮ ਸਬਮਿਟ ਕਰਵਾਉਂਦਾ ਹੈ ਜਿਨ੍ਹਾਂ ਨੂੰ ਇਹ IOC ਦੇ ਇਲੈਕਸ਼ਨ ਲਈ ਰਿਕਮੈਂਡ ਕਰਦਾ ਹੈ। ਨੰਬਰ 6 ਇਹ ਓਲੰਪਿਕਸ ਗੇਮ ਦੇ ਆਰਗੇਨਾਈਜ਼ ਕਰਨ ਲਈ ਕੈਂਡੀਡੇਟਸ ਨੂੰ ਅਸੈਪਟਿੰਗ ਐਂਡ ਸਿਲੈਕਟਿੰਗ ਦੇ ਪ੍ਰੋਸੀਜਰ ਦੀ ਐਸਟੈਬਲਿਸ਼ ਐਂਡ ਸੁਪਰਵਾਈਜ਼ਸ ਕਰਦਾ ਹੈ। ਨੰਬਰ 7 ਇਹ ਸੈਸ਼ਨਸ ਦਾ ਏਜੰਡਾ ਐਸਟੈਬਲਿਸ਼ ਕਰਦਾ ਹੈ। ਨੰਬਰ 8 ਪ੍ਰੈਜ਼ੀਡੈਂਟ ਦੇ ਪ੍ਰਪੋਜ਼ਲ 'ਤੇ ਇਹ ਡਾਇਰੈਕਟਰ ਜਨਰਲ ਨੂੰ ਅਪੁਆਇੰਟ ਔਰ ਡਿਸਮਿਸ ਕਰ ਸਕਦਾ ਹੈ। ਪ੍ਰੈਜ਼ੀਡੈਂਟ ਆਪਣੇ ਕੰਪਨਸੇਸ਼ਨ ਕਰਦਾ ਹੈ ਅਤੇ ਸੈਂਕਸ਼ਨਸ ਲਾ ਸਕਦਾ ਹੈ। ਨੰਬਰ 9 ਇਹ ਲਾਅ ਦੇ ਪਾਲਣਾ ਵਿੱਚ ਆਲ ਮਿਨਟ ਫਾਈਨੈਂਸ਼ੀਅਲ ਸਟੇਟਮੈਂਟਸ ਐਂਡ ਅਦਰ ਰਿਕਾਰਡ ਨੂੰ ਸੇਫ ਰੱਖਣ ਦਾ ਪ੍ਰਬੰਧ ਕਰਦਾ ਹੈ ਜਿਸ ਵਿੱਚ ਆਲ ਸੈਸ਼ਨਸ ਦੇ ਮਿਨਟਸ IOC ਐਗਜ਼ੀਕਿਊਟਿਵ ਬੋਰਡ ਐਂਡ ਅਦਰ ਕਮਿਸ਼ਨ ਔਰ ਵਰਕਿੰਗ ਗਰੁੱਪ ਦੀਆਂ ਮੀਟਿੰਗਸ ਹਨ। ਨੰਬਰ 10 ਇਹ IOC ਦੇ ਆਲ ਡਿਸੀਜਨ ਐਂਡ ਇਸ਼ੂਜ਼ ਨੂੰ ਰੈਗੂਲੇਸ਼ਨ ਕਰਦਾ ਹੈ ਜੋ ਕਿ ਲੀਗਲੀ ਪਾਬੰਦ ਹਨ ਜਿਸ ਫਾਰਮ ਵਿੱਚ ਇਹ ਸਭ ਤੋਂ ਐਪਰੋਪ੍ਰੀਏਟ ਸਮਝਦਾ ਹੈ। ਫੋਰ ਐਗਜ਼ਾਮਪਲ ਕੋਡਸ ਰੂਲਿੰਗ ਨੋਰਮਸ ਗਾਈਡਲਾਈਨਸ ਗਾਈਡਸ ਮੈਨੂਅਲਸ ਇੰਸਟਰਕਸ਼ਨਸ ਰਿਕੁਆਇਰਮੈਂਟਸ ਐਂਡ ਅਦਰ ਡਿਸੀਜਨ ਦੇ ਨਿਯਮਾਂ ਨੂੰ ਸ਼ਾਮਲ ਕਰਨਾ ਖਾਸ ਤੌਰ 'ਤੇ ਇਸ ਤੱਕ ਲਿਮਟਡ ਨਹੀਂ ਹੈ। ਆਲ ਰੈਗੂਲੇਸ਼ਨ ਨੂੰ ਪ੍ਰੋਪਰ ਇੰਪਲੀਮੈਂਟੇਸ਼ਨ ਕਰਨ ਨੂੰ ਇਨਸ਼ੋਰ ਬਣਾਉਣ ਲਈ ਜ਼ਰੂਰੀ ਹੈ। ਓਲੰਪਿਕ ਚਾਰਟਰ ਐਂਡ ਓਲੰਪਿਕਸ ਗੇਮ ਦਾ ਆਰਗੇਨਾਈਜੇਸ਼ਨ ਕਰਨਾ। ਨੰਬਰ 11 ਇਹ IFS
ਐਂਡ NOCS ਨਾਲ ਹਰ 2 ਸਾਲ ਵਿੱਚ ਘੱਟੋ ਘੱਟ ਇੱਕ ਵਾਰ ਪੀਰੀਓਡਿਕ ਮੀਟਿੰਗ ਆਰਗੇਨਾਈਜ਼ ਕਰਦਾ ਹੈ। ਅਜਿਹੀਆਂ ਮੀਟਿੰਗਸ ਦੀ ਪ੍ਰਧਾਨਗੀ ਜਾਂ IOC ਦੇ ਪ੍ਰੈਜ਼ੀਡੈਂਟ ਕਰਦੇ ਹਨ। ਇਹ ਰੈਲੀਵੈਂਟ ਬਾਡੀ ਨਾਲ ਕੰਸਲਟੇਸ਼ਨ ਤੋਂ ਬਾਅਦ ਪ੍ਰੋਸੀਜਰ ਐਂਡ ਏਜੰਡਾ ਡਿਟਰਮਾਈਨ ਕਰਦੇ ਹਨ। ਨੰਬਰ 12 ਇਹ IOC ਦੇ ਆਨਰੀ ਡਿਸਟਿੰਕਸ਼ਨਸ ਬਣਾਉਂਦਾ ਹੈ। ਨੰਬਰ 13 ਇਹ ਸਾਰੀਆਂ ਪਾਵਰਸ ਦੀ ਵਰਤੋਂ ਕਰਦਾ ਹੈ ਅਤੇ ਉਹ ਸਾਰੀਆਂ ਡਿਊਟੀਜ਼ ਨਿਭਾਉਂਦਾ ਹੈ ਜੋ ਲਾਅ ਦੁਆਰਾ ਸੈਸ਼ਨ ਔਰ ਪ੍ਰੈਜ਼ੀਡੈਂਟ ਨੂੰ ਨਹੀਂ ਮੰਨਿਆ ਜਾਂਦਾ। ਅੱਗੇ ਆ ਗਿਆ ਬੇਟਾ ਜੀ 3rd ਦਾ ਪ੍ਰੈਜ਼ੀਡੈਂਟ। ਸੈਸ਼ਨ ਦੇ ਦੌਰਾਨ ਪ੍ਰੈਜ਼ੀਡੈਂਟ ਨੂੰ ਇਲੈਕਟ IOC ਮੈਂਬਰ ਦੁਆਰਾ ਕੀਤਾ ਜਾਂਦਾ ਹੈ। 4 ਸਾਲ ਦੀ ਪੀਰੀਅਡ ਲਈ ਸੀਕ੍ਰੇਟ ਬੈਲਟ ਜਿਸ ਨੂੰ ਅਗਲੇ 4 ਸਾਲ ਲਈ ਰੀਨਿਊ ਕੀਤਾ ਜਾ ਸਕਦਾ ਹੈ। ਪ੍ਰੈਜ਼ੀਡੈਂਟ IOC ਨੂੰ ਰਿਪਰੈਜ਼ੈਂਟ ਕਰਦਾ ਹੈ ਅਤੇ ਆਰਗੇਨਾਈਜੇਸ਼ਨ ਐਂਡ ਆਲ ਐਗਜ਼ੀਕਿਊਟਿਵ ਮੀਟਿੰਗਸ ਦੀ ਪ੍ਰੈਪਰੇਸ਼ਨ ਲਈ ਰਿਸਪਾਂਸੀਬਲ ਹੁੰਦਾ ਹੈ। ਉਹ ਆਪਣੀ ਪਾਵਰ ਡਾਇਰੈਕਟਰ ਜਨਰਲ ਨੂੰ ਦੇ ਸਕਦਾ ਹੈ। ਉਹ IOC ਦੇ ਬਿਹਾਫ 'ਤੇ ਕਿਸੇ ਵੀ ਐਕਸ਼ਨ ਔਰ ਡਿਸੀਜਨ ਨੂੰ ਐਗਜ਼ੀਕਿਊਟ ਕਰ ਸਕਦਾ ਹੈ। ਜੇ ਪ੍ਰੈਜ਼ੀਡੈਂਟ ਆਪਣਾ ਕੰਮ ਪੂਰਾ ਨਹੀਂ ਕਰ ਪਾਉਂਦਾ ਤਾਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਇਸ ਨੂੰ ਰਿਪਲੇਸ ਕਰ ਸਕਦਾ ਹੈ। ਨੈਕਸਟ ਹੈਗਾ ਜੀ ਵਾਈਸ ਪ੍ਰੈਜ਼ੀਡੈਂਟ। ਇੱਥੇ 4 ਵਾਈਸ ਪ੍ਰੈਜ਼ੀਡੈਂਟ ਹੁੰਦੇ ਹਨ ਜੋ ਮੈਂਬਰਸ ਦੁਆਰਾ ਇਲੈਕਟ ਕੀਤੇ ਜਾਂਦੇ ਹਨ ਅਤੇ 4 ਈਅਰ ਦੀ ਟਰਮ ਲਈ ਇਸ ਅਹੁਦੇ 'ਤੇ ਰਹਿੰਦੇ ਹਨ ਅਤੇ ਰੀਇਲੈਕਟ ਇਹ ਕੀਤੇ ਜਾ ਸਕਦੇ ਹਨ।